ਸੁਖਜਿੰਦਰ ਸਿੰਘ ਰੰਧਾਵਾ ਸੀਐਮ ਫੇਸ ਹੋ ਸਕਦੇ? ਮੈਂ ਤੇ ਯਾਰ ਜੀ ਕਿਤੇ ਮੈਨੂੰ ਕੋਈ ਮੌਕਾ ਮਿਲਿਆ ਨਾ, ਮੈਂ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਬਣਨ ਦੀ ਜ਼ਰੂਰ ਕਰੂੰਗਾ। ਜਦੋਂ ਤੁਸੀਂ ਸੀਐਮ ਬਣਨ ਲੱਗੇ ਸੀ, ਲੱਗੇ ਸੀ ਕਿ ਨਹੀਂ, ਪਹਿਲਾਂ ਮੈਨੂੰ ਇਹ ਦੱਸੋ। ਚਲੋ ਇਹ ਤੇ ਗੁਰੂ ਮਹਾਰਾਜ ਨੇ ਪਤਾ ਨਹੀਂ ਕਿਸ ਨੂੰ, ਜਿਹਨੂੰ ਤੁਸੀਂ ਪ੍ਰਧਾਨ ਬਣਾਉਣ ਵਾਸਤੇ ਪੂਰਾ ਜ਼ੋਰ ਲਾਤਾ ਅੱਡੀ ਚੋਟੀ ਦਾ, ਔਰ ਉਹਨਾਂ ਨੇ ਅੜਿੱਕਾ ਪਾ ਲਿਆ, ਕਹਿੰਦੇ ਕਿ ਨਹੀਂ ਬਣਨੇ ਚਾਹੀਦੇ। ਤੁਸੀਂ ਵਾਲੀ ਕੁਰਸੀ ਲੈਣੀ ਤੁਸੀਂ ਜਗਜੀਤ ਸਿੰਘ ਚੰਨੀ ਵੀ ਹੋ ਸਕਦੇ ਸੀ। ਬਿਲਕੁਲ, ਕਿਉਂ ਜਿਹਨਾਂ ਚੀਫ ਮਿਨਿਸਟਰ ਬਣਾਇਆ ਤੇ ਉਹਦੇ 'ਚ ਕੀ ਖਰਾਬੀ ਹੈ? ਇਹੀ ਹੈ ਕਿ ਦਲਿਤ ਤੇ ਦਲਿਤ ਕੀ ਗੱਲ ਸੀਐਮ ਨਹੀਂ ਬਣ ਸਕਦਾ? ਕਹਿੰਦੇ ਕਿ ਗਰੀਬ ਥੋੜ੍ਹੀ ਆ, ਖੱਡਾਂ ਔਰ ਰਿਸ਼ਤੇਦਾਰਾਂ 'ਤੇ ਤਾਂ ਇੰਨੀਆਂ ਵੱਡੀਆਂ ਵੱਡੀਆਂ ਕਾਰਵਾਈਆਂ ਹੋ ਰਹੀਆਂ। ਤੇ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੈਪਟਨ ਸਾਹਿਬ ਦੇ ਉੱਤੇ ਈਡੀ ਦਾ ਕੇਸ ਹੈ, ਉਹਨਾਂ ਦੀ ਵਾਈਫ ਤੇ ਈਡੀ ਦਾ ਕੇਸ ਹੈ, ਤੇ ਕੀ ਗੱਲ ਚੰਨੀ ਗਰੀਬ ਨੂੰ ਹੱਥ ਪਾਉਣਾ ਸੀ? ਕਿਸੇ ਦਿਨ ਪ੍ਰੋ ਪੰਜਾਬ ਦੇ ਉੱਤੇ ਕੈਪਟਨ ਸਾਹਿਬ ਦੀ ਡਿਬੇਟ ਹੋਣੀ ਚਾਹੀਦੀ। ਉਹ ਬਹੁਤ ਵੱਡੇ ਨੇ, ਉਹ ਇਹ ਕਹਿਣਗੇ ਕਿ ਮੇਰਾ ਇਹਦਾ ਲੈਵਲ ਨਹੀਂ, ਪਰ ਮੈਂ ਉਹਨਾਂ ਦੇ ਜੇ ਚੇਅਰ 'ਤੇ ਬੈਠੇ ਹੋਣਗੇ ਤੇ ਮੈਂ ਜ਼ਮੀਨ 'ਤੇ ਬੈਠ ਕੇ ਉਹਨਾਂ ਦੇ ਨਾਲ ਉਹਨਾਂ ਦੇ ਸਵਾਲ ਜਵਾਬ ਜਿਹੜੇ ਉਹਨਾਂ ਦਾ ਕਰਨਾ ਚਾਹੁੰਦਾ। ਮੈਂ ਉਹਨਾਂ ਨਾਲ ਇਹ ਵੀ ਪੁੱਛਣਾ ਚਾਹੂੰਗਾ ਕਿ ਜਿਸ ਵੇਲੇ ਵਾਈਟ ਪੇਪਰ ਤੁਸੀਂ ਲਿਆਂਦਾ ਸੀ ਬਿਜਲੀ ਬੋਰਡ 'ਤੇ, ਉਹ ਕਿਉਂ ਰੋਕਿਆ ਤੇ ਕਿਹਨੇ ਰੁਕਵਾਇਆ, ਇਹਦੇ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ। ਅਮਰਿੰਦਰ ਸਿੰਘ ਹੁਣੀ ਕਹਿ ਰਹੇ ਆ ਕਿ ਅਸੀਂ ਤਾਂ ਕਾਂਗਰਸ ਦਾ ਸਫਾਇਆ ਕਰ ਦੇਣਾ, ਮੈਂ ਤਾਂ ਮੈਦਾਨ 'ਚ ਆ। ਕਹਿੰਦੇ ਉਹਦਾ ਅਮਰਿੰਦਰ ਸਿੰਘ ਦਾ ਆਪਣਾ ਸਫਾਇਆ ਹੋ ਗਿਆ। ਕੰਮ ਕਿਹੜੇ ਕੀਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਹਲਕੇ ਦੇ ਵਾਸਤੇ? ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਫੇਸ ਐਲਾਨ ਦਿੱਤਾ, ਪਰ ਕਾਂਗਰਸ ਦੇ ਵਿੱਚ ਅਜੇ ਡਿਸਾਈਡ ਨਹੀਂ ਹੋਇਆ, ਕਿਉਂਕਿ ਕਾਂਗਰਸ ਦੀ ਦੂਸਰੀ ਲਿਸਟ ਵੀ ਆਉਣ ਵਾਲੀ ਹੈ। ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਸੀਐਮ ਫੇਸ ਵਾਸਤੇ ਵੀ ਚੱਲਿਆ ਸੀ, ਸੀਐਮ ਦੀ ਰੇਸ ਦੇ ਵਿੱਚ ਰਹੇ ਸੁਖਜਿੰਦਰ ਸਿੰਘ ਰੰਧਾਵਾ, ਪਰ ਕਿਹਾ ਜਾਂਦਾ ਕਿ ਆਪਣਿਆਂ ਦੇ ਕਰਕੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਿੱਛੇ ਹਟਣਾ ਪਿਆ। ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਨੇ, ਚੋਣ ਪ੍ਰਚਾਰ ਕਰ ਰਹੇ ਨੇ, ਆਪਣੇ ਹਲਕੇ ਦੇ ਵਿੱਚ ਨੇ। ਰੰਧਾਵਾ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ। ਮਿਹਰਬਾਨੀ, ਥੈਂਕ ਯੂ। ਰੰਧਾਵਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ? ਪਹਿਲਾ ਸਵਾਲ ਮੇਰਾ ਇਹੀ ਹੈ, ਸੀਐਮ ਫੇਸ ਰੇਸ ਦੇ ਵਿੱਚ ਰਹੇ ਸੁਖਜਿੰਦਰ ਸਿੰਘ ਰੰਧਾਵਾ, ਪਰ ਆਪਣਿਆਂ ਕਰਕੇ ਹੀ ਪਿੱਛੇ ਹਟਣਾ ਪੈ ਗਿਆ, ਫਿਰ ਡਿਪਟੀ ਸੀਐਮ ਬਣੇ। ਹੁਣ ਹਲਕੇ ਦੇ ਵਿੱਚ ਲੋਕ ਕੀ ਕਹਿੰਦੇ ਆ, ਤੇ ਸੀਐਮ ਫੇਸ ਦੇ ਨਾਲ ਜਾ ਰਹੀ ਹੈ ਕਾਂਗਰਸ ਇਸ ਵਾਰ? ਦੇਖੋ, ਕਾਂਗਰਸ ਨੇ ਕਦੀ ਵੀ ਆਪਣਾ ਸੀਐਮ ਫੇਸ ਅਨਾਉਂਸ ਨਹੀਂ ਪਹਿਲਾਂ ਕੀਤਾ, ਸਿਰਫ ਇੱਕ ਵਾਰੀ ਕੀਤਾ 2017 ਦੇ ਵਿੱਚ। ਔਰ ਜਿੰਨੀ ਦੇਰ ਬੜੀ ਪੁਰਾਣੀ ਹਿਸਟਰੀ ਕਾਂਗਰਸ ਦੀ ਆ, ਹਮੇਸ਼ਾ ਹੀ ਕਾਂਗਰਸ ਦਾ ਉਹੀ ਫੇਸ ਲਿਆਂਦਾ ਜਾਂਦਾ ਜਿਹਨੂੰ MLA ਜਦੋਂ ਡਿਸਾਈਡ ਕਰਦੇ ਨੇ। CLP ਦੀ ਮੀਟਿੰਗ ਹੁੰਦੀ ਆ, ਔਰ ਜਿਹੜੀ ਤੁਸੀਂ ਭਗਵੰਤ ਮਾਨ ਦੀ ਕੀਤੀ ਆ, ਜੇ ਇਹਦਾ ਪਿੱਛੇ ਪਤਾ ਨਹੀਂ ਮੋਟਿਵ ਕੀ ਆ, ਕਿ ਕੀ ਉਹਨਾਂ ਨੇ ਇਹਦੇ ਬਾਰੇ ਰੱਖਿਆ, ਕੀ ਸੋਚਿਆ, ਕੀ ਕਰਨਾ, ਤਾਂ ਇਹਦੇ ਬਾਰੇ ਆਪਾਂ ਬਹੁਤ ਕੁਝ ਅਜੇ ਮੈਂ ਇਹਦੇ ਬਾਰੇ ਦੱਸ ਨਹੀਂ ਸਕਦਾ। ਪਰ ਇੱਕ ਜ਼ਰੂਰ ਤੁਹਾਨੂੰ ਗੱਲ ਦੱਸਾਂਗਾ ਕਿ ਕਾਂਗਰਸ ਹਮੇਸ਼ਾ ਹੀ MLA ਨੂੰ CLP ਦੀ ਜਦੋਂ ਮੀਟਿੰਗ ਹੁੰਦੀ ਆ, ਕਿਉਂਕਿ ਸਾਡੇ ਲੀਡਰ ਵੀ ਇਹੀ ਕਹਿੰਦੇ ਆ ਕਿ 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਨੇ, ਅਤੇ ਉਹ ਬੰਦੇ ਹੀ ਆਪਣਾ CM ਅਨਾਊਂਸ ਕਰਦੇ। ਪਰ ਨਾਲ ਦੀ ਨਾਲ ਇਹ ਵੀ ਆ ਕਿ ਚੰਨੀ ਨੂੰ ਇੰਨਾ ਥੋੜ੍ਹੇ ਟਾਈਮ 'ਚ ਚੀਫ ਮਿਨਿਸਟਰ ਬਣਾਉਣਾ, ਇਹ ਵੀ ਕੋਈ ਇੰਡੀਕੇਸ਼ਨ ਹੈ। ਇਹਦੇ ਬਾਰੇ ਵੀ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਜਗਜੀਤ ਸਿੰਘ ਚੰਨੀ ਵੀ ਹੋ ਸਕਦੇ ਸੀ? ਬਿਲਕੁਲ, ਕਿਉਂ ਜਿਹਨਾਂ ਚੀਫ ਮਿਨਿਸਟਰ ਬਣਾਇਆ ਤੇ ਉਹਦੇ 'ਚ ਕੀ ਖਰਾਬੀ ਆ? ਇਹੀ ਹੈ ਕਿ ਦਲਿਤ ਤੇ ਦਲਿਤ ਕੀ ਗੱਲ CM ਨਹੀਂ ਬਣ ਸਕਦਾ? ਦਲਿਤ ਬਣਾਇਆ, ਔਰ ਜਿੱਦਾਂ ਅਕਾਲੀ ਦਲ ਮਜ਼ਾਕ ਉਡਾਉਂਦੇ ਆ, ਅਤੇ ਜੇ ਉਹਨੇ ਕਹਿ ਤਾ ਕਿ ਮੈਂ ਟੈਂਟ ਲਾਉਂਦਾ ਰਿਹਾ, ਅਤੇ ਇਹ ਅੱਗੋਂ ਇਹ ਕਹਿਣਗੇ ਸੱਪ ਵੀ ਫੜ ਲੈਂਦਾ, ਬੀਨ ਵੀ ਉਜਾ ਲੈਂਦਾ। ਗਰੀਬ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਉਹ ਕਹਿੰਦੇ ਕਿ ਗਰੀਬ ਥੋੜ੍ਹੀ ਆ, ਖੱਡਾਂ ਔਰ ਰਿਸ਼ਤੇਦਾਰਾਂ 'ਤੇ ਤਾਂ ਇੰਨੀਆਂ ਵੱਡੀਆਂ ਵੱਡੀਆਂ ਕਾਰਵਾਈਆਂ ਹੋ ਰਹੀਆਂ। ਅਤੇ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੈਪਟਨ ਸਾਹਿਬ ਦੇ ਉੱਤੇ ਈਡੀ ਦਾ ਕੇਸ ਆ, ਉਹਨਾਂ ਦੀ ਵਾਈਫ ਤੇ ਈਡੀ ਦਾ ਕੇਸ ਆ, ਉਹਨਾਂ ਦੇ ਪਰਿਵਾਰ ਸਾਰੇ 'ਤੇ ਈਡੀ ਦਾ ਕੇਸ ਆ। ਬਿਕਰਮ ਮਜੀਠੀਏ ਦਾ ਨਸ਼ੇ ਦਾ ਈਡੀ ਦਾ ਕੇਸ ਆ। ਨਿਰੰਜਨ ਸਿੰਘ ਨੂੰ ਉਹਦੀ ਉਹ ਨਹੀਂ ਕਰਨ ਦਿੱਤੀ ਗਈ, ਇਨਵੈਸਟੀਗੇਸ਼ਨ ਨਹੀਂ ਕਰਨ ਦਿੱਤੀ ਗਈ, ਅਤੇ ਕੀ ਗੱਲ ਚੰਨੀ ਗਰੀਬ ਨੂੰ ਹੀ ਹੱਥ ਪਾਉਣਾ ਸੀ? ਉਹਨਾਂ ਨੂੰ ਵੀ ਪਾਇਆ ਜਾ ਸਕਦਾ ਸੀ। 2018 ਦੇ ਵਿੱਚ ਇਹ ਕੇਸ ਬਣਿਆ, ਅਤੇ ਅਮਰਿੰਦਰ ਸਿੰਘ ਓਨਾ ਹੀ ਦੋਸ਼ੀ ਆ ਜਿੰਨੇ ਬਾਕੀ ਨੇ। ਅਮਰਿੰਦਰ ਸਿੰਘ 'ਚ ਜੇ ਜੁਰਤ ਨਹੀਂ ਸੀ, ਅਤੇ ਜੇ ਕਹਿੰਦਾ ਕਿ ਮੈਨੂੰ ਸੋਨੀਆ ਗਾਂਧੀ ਨੇ ਰੋਕਿਆ, ਇਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ। ਮੈਂ ਇੱਕ ਵਾਰ ਕਿਹਾ ਸੀ ਪਾਰਲੀਮੈਂਟ ਉੱਥੇ ਕੈਬਨਿਟ ਦੇ ਵਿੱਚ ਕਿ ਜਿਹੜੇ ਬੰਦਿਆਂ ਨੇ ਇਹ ਕੀਤਾ ਵਾ, ਇਹਨਾਂ ਨੂੰ ਆਪਾਂ ਨੂੰ ਇਹ ਫੜਨਾ ਚਾਹੀਦਾ, ਔਰ ਜਿਹੜੇ MLA ਜਿਹੜੇ ਕਰਦੇ ਨੇ ਉਹਨਾਂ ਨੂੰ, ਜਿਨ੍ਹਾਂ ਦਾ ਤੁਸੀਂ ਨਾਂ ਲਿਆ ਜਾਂ ਕਹਿ ਰਹੇ ਹੋ, ਅਤੇ ਅੱਗੋਂ ਹੱਸ ਪਏ। ਅਤੇ ਮੈਂ ਕਿਹਾ ਜੀ ਇਹਦਾ ਮਤਲਬ ਤੁਸੀਂ ਕਰਵਾ ਰਹੇ ਹੋ, ਕਿਉਂ ਝੂਠਾ ਇਹਨਾਂ ਦੇ ਨਾਂ ਲੈ ਰਹੇ ਹੋ, ਕਿਉਂ ਝੂਠੇ ਇਹਨਾਂ ਬਾਰੇ ਗੱਲ ਕਰ ਰਹੇ ਹੋ? ਮੈਂ ਕਿਹਾ ਜੀ ਇਹਨਾਂ ਨੂੰ ਬੁਲਾਓ, ਅਤੇ ਇੱਕ ਅੱਧਾ ਜੇ MLA ਜੇ ਤੁਸੀਂ ਕਿਹਾ ਜਾਂ ਮੰਤਰੀ ਆ,
ਮੰਤਰੀ ਡਿਸਮਿਸ ਕਰੋ। ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਨਹੀਂ ਸੀ ਆ। ਕਿਸੇ ਦਿਨ ਪ੍ਰੋ ਪੰਜਾਬ ਦੇ ਉੱਤੇ ਕੈਪਟਨ ਸਾਹਿਬ ਦੀ ਡਿਬੇਟ ਹੋਣੀ ਚਾਹੀਦੀ ਹੈ। ਉਹ ਬਹੁਤ ਵੱਡੇ ਨੇ, ਉਹ ਇਹ ਕਹਿਣਗੇ ਕਿ ਮੇਰਾ ਇਹਦਾ ਲੈਵਲ ਨਹੀਂ, ਪਰ ਮੈਂ ਉਹਨਾਂ ਦੇ ਜੇ ਚੇਅਰ 'ਤੇ ਬੈਠੇ ਹੋਣਗੇ ਤੇ ਮੈਂ ਜ਼ਮੀਨ 'ਤੇ ਬੈਠ ਕੇ ਉਹਨਾਂ ਦੇ ਨਾਲ ਉਹਨਾਂ ਦੇ ਸਵਾਲ ਜਵਾਬ ਜਿਹੜੇ ਉਹਨਾਂ ਨਾਲ ਕਰਨਾ ਚਾਹੁੰਦਾ। ਮੈਂ ਉਹਨਾਂ ਨਾਲ ਇਹ ਵੀ ਪੁੱਛਣਾ ਚਾਹੂੰਗਾ ਕਿ ਜਿਸ ਵੇਲੇ ਵਾਈਟ ਪੇਪਰ ਤੁਸੀਂ ਲਿਆਂਦਾ ਸੀ ਬਿਜਲੀ ਬੋਰਡ 'ਤੇ, ਉਹ ਕਿਉਂ ਰੋਕਿਆ ਤੇ ਕਿਹਨੇ ਰੁਕਵਾਇਆ, ਇਹਦੇ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਏਗੀ। ਕੀ ਲੱਗਦਾ ਤੁਸੀਂ ਗੱਠਜੋੜ ਦੀ ਜਿਹੜੀ ਗੱਲ ਕਰਦੇ ਹੋ ਕਿ ਸੁਖਬੀਰ ਬਾਦਲ ਹੋਣਾ ਦੇ ਨਾਲ ਗੱਠਜੋੜ ਰਿਹਾ ਇਹਨਾਂ ਦਾ ਖੁੱਲ੍ਹੇਆਮ ਓਪਨਲੀ, ਤੁਸੀਂ ਲਗਾਤਾਰ ਇਹ ਚੀਜ਼ਾਂ ਕਹੀਆਂ, 75-25 ਵਾਲੀ ਗੱਲ ਲਗਾਤਾਰ ਕਹੀ। 75-25 ਨਹੀਂ, ਮੇਰੇ ਖਿਆਲ ਦਾਲ ਹੀ ਕਾਲੀ ਸੀ। ਬੜੇ ਹੀ ਰੌਲੀ ਪਾਉਂਦੇ ਰਹੇ ਹਾਂ ਕਿ ਆਪਾਂ ਗੁਟਕਾ ਸਾਹਿਬ ਦੀ ਕਸਮ ਖਾਦੀ, ਪਰ ਕੈਪਟਨ ਅਮਰਿੰਦਰ ਸਿੰਘ ਤੇ ਕੋਈ ਉਹਦਾ ਜਵਾਬ ਹੀ ਨਹੀਂ ਸੀ, ਅਸਰ ਹੀ ਕੋਈ ਨਹੀਂ ਸੀ। ਤੁਸੀਂ ਕਈ ਵਾਰੀ ਮੇਰੀ ਵੀ ਇੰਟਰਵਿਊ ਲੈਣਾ, ਮੈਂ ਤਾਂ ਖੁੱਲ੍ਹ ਕੇ, ਉਹ ਭਾਵੇਂ ਚੀਫ ਮਿਨਿਸਟਰ ਸੀ, ਮੈਂ ਖੁੱਲ੍ਹ ਕੇ ਉਹਨਾਂ ਦੇ ਅਗੇਂਸਟ ਬੋਲਦਾ ਰਿਹਾ। ਇਸ ਵਾਰ ਪਹਿਲਾਂ ਬੀਜੇਪੀ ਦੇ ਨਾਲ ਗੱਠਜੋੜ ਰਿਹਾ ਅਕਾਲੀਆਂ ਦਾ, ਔਰ ਹੁਣ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਬੀਜੇਪੀ ਨਾਲ ਹੋ ਗਿਆ। ਅਕਾਲੀਆਂ ਦੇ ਨਾਲ ਵੀ ਹੋ ਸਕਦਾ ਗੱਠਜੋੜ, ਇਸ ਤਰ੍ਹਾਂ ਦੀ ਹੈ ਸੰਭਾਵਨਾ? ਅੱਜ ਵੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਆ, ਬਿਲਕੁਲ ਆਪਾਂ ਡਿਨਾਈ ਨਹੀਂ ਕਰਦੇ। ਤੁਸੀਂ ਕੱਲ੍ਹ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋਈ ਆ, ਤੁਸੀਂ ਆਪ ਐਨਾਲਿਸਿਸ ਕਰਕੇ ਦੱਸ ਦਿਓ। ਯਾਦਵਿੰਦਰ ਬੜਾ ਸਿਆਣਾ, ਬੜਾ ਇੰਟੈਲੀਜੈਂਟ, ਬੜਾ ਵਧੀਆ ਉਹ ਰਿਟ ਰਿਹਾ, ਉਹਨੇ ਦੱਸ ਦੇਣਾ ਕਿ ਦਿੱਲੀ ਦੇ ਵਿੱਚ ਕਿਹਦੀ ਕਮੇਟੀ ਦੇ ਉੱਤੇ ਕਿਹਦਾ ਕਬਜ਼ਾ ਕਿੰਨੇ ਕਰਵਾਇਆ। ਅਕਾਲੀ ਦਲ ਔਰ ਬੀਜੇਪੀ ਨੇ ਇਕੱਠਿਆਂ, ਮਨਜਿੰਦਰ ਸਿੰਘ ਸਿਰਸੇ ਨੇ ਕਾਲਕਾ ਜੀ ਨੂੰ ਜਿਹੜਾ ਬਣਾਇਆ, ਅਤੇ ਉਹਦੇ 'ਤੇ ਕੋਈ ਸ਼ੰਕਾ ਹੀ ਨਹੀਂ ਰਹਿ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਹਜ਼ੂਰੀ ਦੇ ਵਿੱਚ ਪੁਲਿਸ ਵੜੇ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅੱਜ ਤੱਕ ਜ਼ੁਬਾਨ ਖੁੱਲ੍ਹੀ ਹੈ। ਤੁਸੀਂ ਦੱਸ ਦਿਓ ਜੇ ਖੋਲ੍ਹੀ ਆ ਉਹਨਾਂ ਨੇ। ਅਤੇ ਜੇ ਕਿਤੇ ਉੱਥੇ ਕਾਂਗਰਸ ਦੀ ਸਰਕਾਰ ਹੁੰਦੀ ਦਿੱਲੀ 'ਚ, ਅਤੇ ਇਹਨਾਂ ਕਹਿ ਦੇਣਾ ਕਿ ਕਾਂਗਰਸ ਨੇ ਹਮਲਾ ਕਰ ਦਿੱਤਾ ਗੁਰਦੁਆਰੇ 'ਤੇ। ਅਤੇ ਅੱਜ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਹਤ ਬਾਰੇ ਤਾਂ ਬੋਲ ਰਹੇ ਨੇ, ਪਰ ਉਹਨਾਂ ਦੀ ਜ਼ੁਬਾਨ ਇਹਦੇ ਬਾਰੇ ਨਹੀਂ ਖੁੱਲ੍ਹੀ। ਸੁਖਜਿੰਦਰ ਸਿੰਘ ਰੰਧਾਵਾ ਸੀਐਮ ਫੇਸ ਹੋ ਸਕਦੇ ਆ? ਮੈਂ ਤਾਂ ਯਾਰ ਜੇ ਕਿਤੇ ਮੈਨੂੰ ਕੋਈ ਵੀ ਮੌਕਾ ਮਿਲਿਆ ਨਾ, ਮੈਂ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਬਣਨ ਲਈ ਜ਼ਰੂਰ ਕਰੂੰਗਾ। ਇਹ ਮੇਰੇ ਲਈ ਬਹੁਤ ਔਖਾ ਕੰਮ ਹੈ। ਮੈਂ ਕਾਂਗਰਸ ਦਾ ਸਿਪਾਹੀ ਹਾਂ, ਮੈਂ ਜ਼ਿਲ੍ਹੇ ਦਾ ਪ੍ਰਧਾਨ ਵੀ ਰਿਹਾ। ਮੇਰੇ ਪਿਤਾ ਜੀ ਪੰਜਾਬ ਦੇ 2 ਵਾਰੀ ਪ੍ਰਧਾਨ ਰਹੇ, ਅਤੇ ਮੇਰੇ ਮੁੱਖ ਮੰਤਰੀ ਦੀ ਕਦੀ ਮਨ 'ਚ ਨਹੀਂ। ਜਿਨ੍ਹਾਂ ਦੇ ਮਨ ਦੀ ਤਮੰਨਾ ਹੈਗੀ ਆ, ਉਹਨਾਂ ਨੂੰ ਪੂਰੀ ਕਰ ਲੈਣੀ ਚਾਹੀਦੀ ਆ। ਅਤੇ ਮੇਰੇ ਮਨ ਦੀ ਤਮੰਨਾ ਕਿ ਜਿਸ ਵੇਲੇ ਕਿਤੇ ਮੈਨੂੰ ਕਾਂਗਰਸ ਨੇ ਕੋਈ ਚੀਜ਼ ਪੁੱਛੀ ਕਿ ਤੂੰ ਕੁਛ ਕਾਂਗਰਸ 'ਚ ਬਣਨਾ ਚਾਹੁੰਦਾ, ਮੈਂ ਕਹੂੰਗਾ ਜੀ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਓ। ਸਿੱਧੂ ਸਾਹਿਬ ਵਾਲੀ ਕੁਰਸੀ ਲੈਣੀ ਹੈ ਤੁਸੀਂ? ਮੈਂ ਸਿੱਧੂ ਸਾਹਿਬ ਦੀ ਕੁਰਸੀ 'ਤੇ ਨਹੀਂ ਚਾਹੁੰਦਾ, ਕਿਉਂਕਿ ਪ੍ਰਧਾਨ ਕਦੇ ਵੀ ਕੋਈ ਪੱਕਾ ਨਹੀਂ ਰਿਹਾ। ਮੇਰੇ ਪਿਤਾ ਜੀ ਤੋਂ ਬਾਅਦ ਕਈ ਬਣ ਗਏ, ਮੇਰੇ ਪਿਤਾ ਜੀ ਤੋਂ ਪਹਿਲਾਂ ਕਈ ਆਏ। ਤੋ ਇਸ ਕਰਕੇ ਜੇ ਤਾਂ ਕਿਸੇ ਨੇ ਪਰਮਾਨੈਂਟ ਲਿਖਵਾਈ ਆ, ਤੁਸੀਂ ਮੈਨੂੰ ਚੀਫ ਮਿਨਿਸਟਰ ਦੀ ਪੁੱਛੀ ਆ, ਮੈਂ ਕਿਹਾ ਜੀ ਕਿਉਂਕਿ ਜੇ ਮਿਲੀ ਤਾਂ ਮੈਂ ਪ੍ਰਧਾਨਗੀ ਜ਼ਰੂਰ, ਕਿਉਂਕਿ ਮੇਰੇ ਮਨ 'ਚ ਹੈ ਕਿ ਮੈਂ ਆਪਣੀ ਪਾਰਟੀ ਨੂੰ ਇਹਦਾ ਝੰਡਾ ਜਿਹੜਾ ਉੱਚਾ ਲੈ ਕੇ ਚੱਲਾਂ। ਉਹਨਾਂ ਦੀ ਅਗਵਾਈ 'ਚ ਕੰਮ ਕਿੱਦਾਂ ਹੋ ਰਿਹਾ ਰੰਧਾਵਾ ਸਾਹਿਬ? ਸਾਡੇ ਚੱਲੀ ਦਾ ਮੇਰਾ ਤੇ ਮੈਂ ਤੁਹਾਨੂੰ ਪਤਾ ਹੀ ਆ ਕਿ ਮੈਂ ਆਪਣੇ ਤਰੀਕੇ ਨਾਲ ਚੱਲਦਾ, ਔਰ ਮੈਂ ਲੋ ਪ੍ਰੋਫਾਈਲ ਚੱਲਦਾ। ਮੈਨੂੰ ਕੋਈ ਬਹੁਤੀ ਲੋੜ ਨਹੀਂ ਹੁੰਦੀ ਕਿ ਮੈਂ ਅੱਗੇ ਹੋ ਕੇ ਆਵਾਂ। ਪਰ ਜਿਸ ਤਰੀਕੇ ਨਾਲ ਡਿਸਟੈਂਸ ਬਣ ਗਿਆ ਤੁਹਾਡਾ, ਕਿਉਂਕਿ ਖੜੇ ਕਰਨ ਵਾਲਿਆਂ ਦੇ ਵਿੱਚ ਤ੍ਰਿਪਤ ਬਾਜਵਾ ਹੋਣੀ ਸੀ, ਸੁਖਜਿੰਦਰ ਸਿੰਘ ਰੰਧਾਵਾ ਸੀ ਪਹਿਲੀਆਂ ਦੇ ਵਿੱਚ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਲਈ ਗੱਲਾਂ ਕੀਤੀਆਂ, ਜਾਂ ਫਿਰ ਬੇਅਦਬੀ ਦੇ ਮੁੱਦੇ ਤੁਸੀਂ ਲਗਾਤਾਰ ਚੁੱਕਦੇ ਰਹੇ। ਬਹੁਤ ਵਾਰ ਭਾਵੁਕ ਵੀ ਹੋ ਗਏ ਤੁਸੀਂ ਬੇਅਦਬੀ ਦੇ ਮਸਲੇ 'ਤੇ ਗੱਲ ਕਰਦਿਆਂ, ਪਰ ਹੁਣ ਉਹ ਰਿਸ਼ਤਾ ਜਿਹੜਾ ਸੀ, ਨਜ਼ਦੀਕੀਆਂ ਨਜ਼ਰ ਨਹੀਂ ਆ ਰਹੀਆਂ। ਮੇਰੇ ਖਿਆਲ ਮੇਰੇ ਨਾਲ ਬੈਟਰ ਸਿੱਧੂ ਸਾਹਿਬ ਜਵਾਬ ਦੇ ਸਕਦਾ। ਮੇਰੇ ਉਹਨਾਂ ਦਾ ਨਾਲ ਅੱਜ ਵੀ ਉਹੋ ਜਿਹੇ ਰਿਲੇਸ਼ਨ ਨੇ, ਮੇਰੇ ਅੱਜ ਤੋਂ ਰਿਲੇਸ਼ਨ ਨਹੀਂ ਗੇ। ਮੇਰੇ ਖਿਆਲ 72 ਤੋਂ 80 ਤੋਂ ਮੇਰੇ ਇਸ ਪਰਿਵਾਰ ਨਾਲ ਰਿਲੇਸ਼ਨ ਨੇ। 40 ਸਾਲ ਤੋਂ ਉੱਪਰ ਮੇਰੇ ਰਿਲੇਸ਼ਨ ਨੇ। ਜਦੋਂ ਤੁਸੀਂ ਸੀਐਮ ਬਣਨ ਲੱਗੇ ਸੀ, ਲੱਗੇ ਸੀ ਕਿ ਨਹੀਂ, ਪਹਿਲਾਂ ਮੈਨੂੰ ਇਹ ਦੱਸੋ। ਚਲੋ ਇਹ ਤਾਂ ਗੁਰੂ ਮਹਾਰਾਜ ਨੇ ਪਤਾ ਨਹੀਂ ਕਿਸ ਨੂੰ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ। ਕਹਿੰਦੇ ਕਿ ਜਿਹਨੂੰ ਤੁਸੀਂ ਪ੍ਰਧਾਨ ਬਣਾਉਣ ਵਾਸਤੇ ਪੂਰਾ ਜ਼ੋਰ ਲਾਤਾ ਅੱਡੀ ਚੋਟੀ ਦਾ, ਔਰ ਉਹਨਾਂ ਨੇ ਅੜਿੱਕਾ ਪਾ ਲਿਆ, ਕਹਿੰਦੇ ਕਿ ਨਹੀਂ ਬਣਨੇ ਚਾਹੀਦੇ। ਨਹੀਂ ਪਤਾ ਨਹੀਂ ਹੁਣ ਕੀ ਅੜਿੱਕਾ ਕਿੰਨੇ ਪਾਏ ਇਹਦੇ ਬਾਰੇ ਮੈਂ ਹੁਣ ਕੋਈ ਗੱਲ ਕਰ, ਪਰ ਮੈਂ ਜਿੱਥੇ ਬੈਠਾ ਮੈਂ ਖੁਸ਼ ਹਾਂ। ਹਲਕੇ ਦੇ ਵਿੱਚ ਕਿੱਦਾਂ ਚੱਲ ਰਿਹਾ ਪ੍ਰਚਾਰ? ਤੁਸੀਂ ਦੇਖ ਹੀ ਰਹੇ ਹੋ ਕਿ ਇੱਕ ਪਿੰਡ 'ਚੋਂ ਨਿਕਲਿਆ ਦੂਜੇ 'ਚ ਜਾ ਰਹੇ, ਵਧੀਆ ਰਿਸਪੌਂਸ ਹੈ ਲੋਕਾਂ ਦੀ ਡਿਵੈਲਪਮੈਂਟ। ਤੁਹਾਨੂੰ ਮੈਂ ਵੀ ਚਾਹੂੰਗਾ ਕਿ ਤੁਸੀਂ ਪਿੰਡਾਂ ਦੇ ਵਿੱਚ ਜ਼ਰਾ ਚੱਕਰ ਮਾਰ ਕੇ ਜਾਇਓ, ਕਿ ਪਿੰਡਾਂ 'ਚ ਵੇਖੋਗੇ ਜਿਹੜੀ ਡਿਵੈਲਪਮੈਂਟ ਕੀਤੀ ਹੈ। ਮੇਰਾ 5 ਕੰਮ ਕਿਹੜੇ ਕੀਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਹਲਕੇ ਦੇ ਵਾਸਤੇ? ਮੈਂ ਤਾਂ ਕਈ ਕੁਛ ਵੀ ਕਰ ਦਿੱਤਾ। ਮੇਰੇ 5 ਕੰਮ ਜੇ ਆਪਾਂ ਇਹੋ ਹੀ ਕਹਿੰਦੇ ਹਾਂ ਕਿ ਡੇਰਾ ਬਾਬਾ ਨਾਨਕ ਕੋਰੀਡੋਰ, ਡੇਰਾ ਬਾਬਾ ਨਾਨਕ ਦੇ ਅੱਜ ਰਾਤ ਨੂੰ ਤੁਹਾਨੂੰ ਮੈਂ ਇਨਵਾਈਟ ਵੀ ਕਰਦਾ ਕਿ ਰਾਤ ਨੂੰ ਡੇਰਾ ਬਾਬਾ ਨਾਨਕ 'ਚ ਚੱਕਰ ਮਾਰਿਓ। ਇੱਥੇ ਪਾਰਕ ਬਣਾਈ ਆ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੇ ਸਾਹਮਣੇ, ਜਿਹੜੀ ਕਦੀ ਵੀ ਅਕਾਲੀ ਦਲ ਨੇ ਉਹਦੇ ਸਾਹਮਣੇ, ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਬੜਾ ਵੱਡਾ ਛੱਪੜ ਹੁੰਦਾ ਸੀ,
ਛੱਪੜ ਨੂੰ ਪੂਰ ਕੇ ਖ਼ਤਮ ਕਰਕੇ ਉੱਥੇ ਬੜੀ ਵਧੀਆ ਖੂਬਸੂਰਤ ਇੱਕ ਪਾਰਕ ਬਣਾਈ ਹੈ ਭਾਈ ਇੱਜ਼ਤ ਰੰਧਾਵਾ ਜੀ, ਜਿੱਥੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਕੋਲ ਆ ਕੇ ਬੈਠੇ ਉਹਨਾਂ ਦੇ ਨਾਂ 'ਤੇ। ਔਰ ਦੂਸਰੀ ਕੋਰੀਡੋਰ ਦੇਖੋਗੇ, ਪਿੰਡ ਦੇ ਉੱਥੋਂ ਦੀ ਡਿਵੈਲਪਮੈਂਟ ਦੇਖੋਗੇ, ਨਾਲ ਹੀ ਗੇਟ ਦੇਖੋਗੇ ਜਿਹੜੇ ਬਣਾਏ ਨੇ ਡੇਰਾ ਬਾਬਾ ਨਾਨਕ 'ਚ, ਜਿਹੜੇ ਕਦੀ ਵੀ ਅਕਾਲੀ ਦਲ ਨੇ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ। ਜੇ ਕਲਾਨੌਰ ਆਈਏ, ਜਾਂਦੇ ਜਾਂਦੇ ਜਿਹੜਾ ਗੰਨਾ ਰਿਸਰਚ ਸੈਂਟਰ ਆ ਉਹ ਮੈਂ ਇੱਥੇ ਬਣਾਇਆ, ਖੋਜ ਕੇਂਦਰ ਬਣਾਇਆ, ਉੱਥੇ ਹੌਸਪੀਟਲ ਬਣਾ ਰਹੇ ਹਾਂ, ਕਾਲਜ ਡਿਗਰੀ ਕਾਲਜ ਬਣਾਇਆ। ਕਲਾਨੌਰ ਦੇ ਵਿੱਚ ਇੱਕ ਬਹੁਤ ਵਧੀਆ, ਇਹ ਮੇਰੇ ਖਿਆਲ ਤੁਹਾਨੂੰ ਚਾਹੀਦਾ ਜਾਂਦੇ ਉਹ ਵੀ ਦੇਖਣ, ਦੋਵੇਂ ਪਾਰਕ ਦੇਖਣੇ। ਉੱਥੇ ਜਿਹੜਾ ਸ਼ਿਵ ਮੰਦਿਰ ਆ ਉਹਦੇ ਜਿਹੜਾ ਸਾਹਮਣੇ ਪਾਰਕ ਬਣਾਇਆ ਉਹ ਵੀ ਵੇਖਣ ਲਾਇਕ ਹੈ। ਬਾਰਡਰਾਂ ਦੇ ਵੇ ਲੋਕ ਕੀ ਕਹਿੰਦੇ, ਬਾਰਡਰ ਦੇ ਨੇੜੇ ਦੇ ਪਿੰਡ ਆ, ਕਿਉਂਕਿ ਸਭ ਤੋਂ ਪਹਿਲਾਂ ਚਿੰਤਾ ਜ਼ਾਹਰ ਕਰਨ ਵਾਲਿਆਂ 'ਚ ਸੁਖਜਿੰਦਰ ਰੰਧਾਵਾ ਹੀ ਸੀ ਜਦੋਂ BSF ਦਾ ਦਾਇਰਾ ਵਧਾਇਆ ਗਿਆ। ਅੱਜ ਵੀ ਜਿਹੜੀ ਤੁਸੀਂ ਦੇਖੋਗੇ ਕਿ ਮੈਂ ਇਹ ਕਹਿੰਦਾ ਕਿ ਅਸੀਂ ਰੈੱਡ ਅਲਰਟ ਸਾਡੇ 24 ਘੰਟੇ ਰਹਿੰਦਾ, ਔਰ ਕਿਸੇ ਵੇਲੇ ਵੀ ਸਾਨੂੰ ਰੈੱਡ ਅਲਰਟ ਦੀ ਖਬਰ ਦੇ ਦਿੰਦੇ ਆ ਅਤੇ ਸਾਨੂੰ ਰੋਕ ਦਿੰਦੇ ਆ। 50 ਕਿਲੋਮੀਟਰ ਦਾ ਇਸ ਕਰਕੇ ਮੈਂ ਰੌਲਾ ਪਾਉਂਦਾ ਕਿ ਜੇ ਤੁਸੀਂ ਜ਼ੀਰੋ ਲਾਈਨ 'ਤੇ ਆਪਾਂ ਖੜ੍ਹੇ ਹਾਂ ਹੁਣ ਵੀ ਜਿੱਥੇ ਹਾਂ, ਜੇ ਇੱਥੇ ਹੀ BSF ਨਹੀਂ ਕੰਟਰੋਲ ਕਰਦੀ 50 ਕਿਲੋਮੀਟਰ ਤਾਂ ਕੀ ਕਰੇਗੀ। ਪਹਿਲਾਂ ਇਹਨਾਂ ਨੂੰ ਤਾਂ ਕੰਟਰੋਲ ਕਰ ਲਓ, ਇੱਥੇ ਦੇ ਡਰੋਨ ਬੰਦ ਕਰ ਲਓ, ਇੱਥੇ ਅਸਲਾ ਬੰਦ ਕਰ ਲਓ, ਇੱਥੇ ਨਸ਼ੇ ਆਉਣੇ ਬੰਦ ਕਰ ਲਓ, ਅਤੇ ਫਿਰ ਭਾਵੇਂ 50 ਕਰਕੇ ਸਾਰਾ ਪੰਜਾਬ ਹੀ ਆਪਣੇ ਕੰਟਰੋਲ 'ਚ ਲੈ ਲਓ। ਅਸੀਂ ਕੋਈ ਨਾ ਨਹੀਂ ਕਰਾਂਗੇ। ਅਸੈਂਬਲੀ ਵਿੱਚ ਬੋਲਦੇ ਰਹੇ ਆਪਾਂ ਕਿ ਬਿਕਰਮ ਮਜੀਠੀਆ ਡਰੱਗ ਦਾ ਵਪਾਰੀ ਆ। ਸਾਡੇ ਕੋਲ 111 ਦਿਨ ਮਿਲੇ ਆ ਅਤੇ ਅਸੀਂ ਆਪਣੇ 111 ਦਿਨਾਂ 'ਚ ਪੰਜਾਬ ਨੂੰ ਨਸ਼ੇ ਦੇ ਸੁਦਾਗਰ, ਬੇਅਦਬੀ ਜਿਨ੍ਹਾਂ ਨੇ ਕਰਵਾਈ, ਤੁਹਾਡੇ ਸਾਹਮਣੇ ਪਤਾ ਕਿ 2 ਵਾਰੀ ਡੇਰੇ ਵਾਲੇ ਨੂੰ ਸਨੇਰੀਆ ਜੇਲ੍ਹ 'ਚ ਵੀ ਇੰਟਰੋਗੇਟ ਇਨਵੈਸਟੀਗੇਸ਼ਨ ਲਈ ਬੰਦੇ ਭੇਜੇ, ਉੱਥੇ ਡੇਰੇ 'ਤੇ ਵੀ ਭੇਜੇ। ਕਦੀ ਬਾਦਲ ਵੇਲੇ ਜਾਂ ਅਮਰਿੰਦਰ ਸਿੰਘ ਵੇਲੇ ਕੋਈ ਇਹੋ ਜਿਹਾ ਹੋਇਆ ਸੀ? ਯਾਰ ਇੰਨਾ ਕਦੇ ਸਾਡਾ ਬਣਦਾ ਨਾ, ਕਹੀਂ ਆਉਂਦਿਆਂ ਹਿਲਜੁਲ 'ਤੇ ਸਟਾਰਟ ਕੀਤੀ। ਕਹਿੰਦੇ ਕਿ ਹਿਲਜੁਲ ਹੁਣ 111 ਦਿਨ ਨਹੀਂ, ਤੁਹਾਨੂੰ ਤਾਂ ਜਿਹੜੇ ਪੂਰੇ 5 ਸਾਲ ਵੀ ਤੁਹਾਡੇ ਕੋਟੇ 'ਚ ਹੀ ਪੈਣੇ ਨਾ। ਉਹ ਵੀ ਅਮਰਿੰਦਰ ਸਿੰਘ ਦਾ ਗੰਦ ਸਾਨੂੰ ਚੁੱਕਣਾ ਪੈ ਰਿਹਾ, ਅਤੇ ਤੁਹਾਡੇ ਸਾਹਮਣੇ ਹੀ ਆ। 26 ਅਪ੍ਰੈਲ ਨੂੰ ਮੈਂ ਅਸਤੀਫਾ ਵੀ ਦੇ ਕੇ ਉੱਠਿਆ, ਇਸੇ ਚੀਜ਼ 'ਤੇ ਉੱਠਿਆ ਸੀ, ਬੇਅਦਬੀ 'ਤੇ ਹੀ। ਅਤੇ ਉਹ ਤਾਂ ਨਾ ਯਾਰ 5 ਸਾਲਾਂ ਦਾ ਗੰਦ ਸਾਡੇ 'ਤੇ ਸੁੱਟੋ। ਪਰ ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿ ਰਹੇ ਆ ਕਿ ਅਸੀਂ ਤਾਂ ਕਾਂਗਰਸ ਦਾ ਸਫਾਇਆ ਕਰ ਦੇਣਾ, ਮੈਂ ਤਾਂ ਮੈਦਾਨ 'ਚ ਆ। ਕਹਿੰਦੇ ਉਹਦਾ ਅਮਰਿੰਦਰ ਸਿੰਘ ਦਾ ਆਪਣਾ ਸਫਾਇਆ ਹੋ ਗਿਆ, ਜਿਹੜੀ ਉਹਨੇ ਝੂਠੀ ਸਹੁੰ ਖਾਧੀ ਹੈ, ਗੁਰੂ ਮਹਾਰਾਜ ਨੇ ਉਹਨੂੰ ਬਹੁਤ ਵੱਡੀ ਸਜ਼ਾ ਦੇਣੀ ਹੈ। ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਵੀ ਭਾਗੀਦਾਰ ਮੰਨਦੇ ਹੋ? 1-2 ਮਿੰਟ ਦਾ ਹੋਰ ਸਮਾਂ ਲੈਣਾ ਮੈਂ ਤੁਹਾਡਾ, ਕਿਉਂਕਿ ਤੁਸੀਂ ਵੀ ਉੱਥੇ ਹੀ ਮੌਜੂਦ ਸੀਗੇ। ਗੱਲ ਸੁਣੋ, ਮੈਂ ਉਹਦੇ 'ਚ ਨਹੀਂ ਮੰਨਦਾ। ਮੈਂ ਉਹਨੂੰ ਰਿਜ਼ਾਈਨ ਕਰ ਦਿੱਤਾ ਸੀ, ਔਰ ਮੈਂ ਕਿਹਾ ਸੀ ਕਿ ਤੂੰ ਗੁਰੂ ਦਾ ਦੋਖੀ ਆ, ਮੈਂ ਕਿਹਾ, ਔਰ ਉਹਨੂੰ ਅਸੀਂ ਲਾਇਆ। ਮੁਕਾਬਲਾ ਕਿਹਦੇ ਨਾਲ ਦੇਖਦੇ ਹੋ? ਮੁਕਾਬਲਾ ਸਾਡਾ ਕਿਸੇ ਨਾਲ ਵੀ ਨਹੀਂ। ਇੱਥੇ ਕਈ ਤੁਰੇ ਫਿਰਦੇ ਨੇ। ਤੁਸੀਂ ਹੁਣੇ ਅਮਰਿੰਦਰ ਸਿੰਘ ਦਾ ਨਾਂ ਲੈ ਦਿੱਤਾ, ਵਿੱਚ ਹੀ ਤੁਸੀਂ ਉਹਦਾ ਵੀ ਲੈ ਦਿੱਤਾ, ਮੋਦੀ ਵੀ ਲੈ ਦਿੱਤਾ, ਅਕਾਲੀ ਵੀ ਲੈ ਦਿੱਤੇ, ਆਪ ਵੀ ਲੈ ਦਿੱਤੇ। ਹੁਣ ਮੈਂ ਕਿਹਦੇ ਦਾ ਮੁਕਾਬਲਾ ਦੱਸਾਂ? ਤੁਹਾਡੇ ਸਾਹਮਣੇ ਕੌਣ ਆ? ਤੁਹਾਨੂੰ ਕੀ ਲੱਗਦਾ ਕੌਣ ਸਟਰੋਂਗ ਹੈ? ਸਰ ਮੈਂ ਤਾਂ ਕਹਿੰਦਾ ਸਾਰੇ ਪਹਿਲਾਂ ਆ ਤੇ ਜਾਣ, ਇਕੱਠੇ ਹੋ ਜਾਣ, ਫਿਰ ਜਵਾਬ ਦੇਵਾਂਗਾ। ਠੀਕ ਹੈ, ਸੁਖਜਿੰਦਰ ਸਿੰਘ ਰੰਧਾਵਾ ਨੂੰ ਮੌਕਾ ਦੇਣਗੇ ਲੋਕ, ਲੱਗਦਾ? ਉਹ ਨਹੀਂ ਦੇਣਗੇ, ਸੇਵਾ ਕੀਤੀ ਆ, ਲੋਕ ਦੇਣਗੇ। ਰੰਧਾਵਾ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ, ਸ਼ੁਕਰੀਆ। ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਤੇ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਹੁਣੀ ਕਹਿ ਰਹੇ ਨੇ ਕਿ ਮੈਂ ਕੰਮ ਕੀਤੇ ਆ, ਕੰਮ ਇਹਨਾਂ ਨੇ ਗਿਣਾਏ ਨੇ ਕਿ ਕਿਹੜੇ ਕੰਮ ਲੋਕਾਂ ਵਾਸਤੇ ਕੀਤੇ ਆ। ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਇਲੈਕਸ਼ਨ ਚੱਲ ਰਹੇ ਨੇ ਔਰ ਕੈਂਪੇਨਿੰਗ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਗੰਦ ਜਿਹੜਾ ਉਹ ਸਾਨੂੰ ਚੁੱਕਣਾ ਪਿਆ। ਉਹ ਸਮਾਂ ਕਹਿੰਦੇ ਸਾਡਾ ਨਾ ਗਿਣੋ, ਅਸੀਂ ਤਾਂ ਜਿਹੜੀ ਸਰਕਾਰ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਜਦੋਂ ਤੋਂ ਅਹੁਦਾ ਸੰਭਲਵਾਇਆ ਉਹ ਸਾਡਾ ਸਮਾਂ ਗਿਣੋ। ਅਤੇ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਜਦੋਂ ਪਾਵਰ ਸਾਡੇ ਹੱਥ ਲੱਗੀ ਅਸੀਂ ਲੋਕਾਂ ਲਈ ਕੰਮ ਕੀਤਾ। ਅਤੇ ਇਸ ਦੇ ਨਾਲ ਹੀ ਦਾਅਵਾ ਕਰ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ CM ਚਿਹਰਾ ਬਣਾਇਆ ਜਾਏ ਅਤੇ ਕਾਂਗਰਸ ਦਾ ਫਾਇਦਾ ਹੋਏਗਾ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਡੇਰਾ ਬਾਬਾ ਨਾਨਕ।